प्यारे विद्यार्थियों, पाठकों, चिंतकों, आप सब का स्वागत है डॉक्टर सुखविंदर सिंह परमार द्वारा सिरजत पंजाबी वर्ल्ड चैनल ते। सो सारिਆਂ ਨੂੰ जी आयां ਨੂੰ। तो अज आपां प्यारे दोस्तों गल करांगे पंजाबी भाषा के बारे दे विच। पंजाबी भाषा है की और पंजाबी नूं पंजाबी क्यों कहा जाता है, पहली बार पंजाबी नूं पंजाबी किहने कहा, गुरमुखी लिपि की है, गुरमुखी नूं गुरमुखी क्यों कहा जाता है। सो इन्हां गल्लां दे बारे च आपां अज जिहड़ी हैगी विचार चर्चा करांगे। सो इस जिहड़े हैगे राबते दे विच आपां पंजाबी भाषा ते गुरमुखी लिपि नूं वेखण परखण समझण दी कोशिश करांगे। जदों आपां गल करांगे पंजाबी भाषा दी, भाषा अपने आप दे विच विचारां दे आदान प्रदान दा साधन है। जदों पूरे दुनिया दे विच कोई भाषा नहीं सी, चिन्हां इशारिਆਂ ਦੇ ਨਾਲ ਜਿਹੜਾ ਹੈਗਾ ਇੱਕ ਦੂਜੇ ਨਾਲ ਮਨੁੱਖ ਰਾਬਤਾ ਕਾਇਮ ਕਰਦਾ ਸੀ, ਜਾਂ ਜਿਹੜੀਆਂ ਹੈਗੀਆਂ ਚਿੰਨ੍ਹਾਂ ਰੂਪਾਂ ਦੇ ਵਿੱਚ ਪੱਥਰਾਂ ਰੋੜਿਆਂ ਨੂੰ ਵਰਤ ਕੇ ਜਿਹੜਾ ਹੈਗਾ ਆਪਣਾ ਭਾਸ਼ਾਈ ਕਾਰਜ ਪੂਰਾ ਜਿਹੜਾ ਹੈਗਾ ਕਰ ਲੈਂਦਾ ਸੀਗਾ, ਜਾਂ ਇਸ ਰੂਪ ਦੇ ਵਿੱਚ ਭਾਸ਼ਾ ਦਾ ਇੱਕ ਆਦਾਨ ਪ੍ਰਦਾਨ ਜਾਂ ਸੰਚਾਲਨ ਹੁੰਦਾ ਸੀਗਾ। ਜੇ ਅਸੀਂ ਪੰਜਾਬੀ ਭਾਸ਼ਾ ਦੇ ਬਾਰੇ 'ਚ ਗੱਲ ਕਰੀਏ ਤਾਂ ਪੰਜਾਬੀ ਭਾਰਤੀ ਆਰੀਆ ਭਾਸ਼ਾ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਭਾਰਤੀ ਆਰੀਆ ਭਾਸ਼ਾ ਪਰਿਵਾਰ ਦੇ ਵਿੱਚ ਜਿਹੜੀ ਅਸੀਂ ਜਨਨੀ ਭਾਸ਼ਾ ਜਾਂ ਮਾਂ ਭਾਸ਼ਾ ਦੇ ਰੂਪ ਦੇ ਵਿੱਚ ਅਸੀਂ ਸੰਸਕ੍ਰਿਤ ਨੂੰ ਭਾਰਤੀ ਭਾਸ਼ਾਵਾਂ ਦੀ ਮਾਂ ਭਾਸ਼ਾ ਜਾਂ ਜਨਨੀ ਭਾਸ਼ਾ ਵਜੋਂ ਵੇਖਦੇ ਹਾਂ। ਸੋ ਸੰਸਕ੍ਰਿਤ ਭਾਸ਼ਾ ਜਿਹੜੀ ਹੈਗੀ ਹੈ ਭਾਰਤ ਦੀ ਪੁਰਾਤਨ ਕਲਾਸਿਕ ਭਾਸ਼ਾ ਹੈ। ਸੋ ਇਸੇ ਹੀ ਭਾਸ਼ਾ ਦੇ ਵਿੱਚੋਂ ਜਿਹੜੀਆਂ ਹੈਗੀਆਂ ਅੱਜ ਦੀਆਂ ਅਜੋਕੀਆਂ ਜਿਹੜੀਆਂ ਨਵੀਆਂ ਆਧੁਨਿਕ ਭਾਸ਼ਾਵਾਂ ਨੇ ਉਹ ਜਨਮ ਲੈਂਦੀਆਂ ਨੇ, ਪ੍ਰਫੁੱਲਤ ਹੁੰਦੀਆਂ ਨੇ, ਅੱਗੇ ਵੱਧਦੀਆਂ ਨੇ। ਸੋ ਪਿਆਰੇ ਦੋਸਤੋ, ਗੱਲ ਕਰਾਂਗੇ ਪੰਜਾਬੀ ਨੂੰ ਪੰਜਾਬੀ ਕਿਉਂ ਕਿਹਾ ਜਾਂਦਾ, ਜਾਂ ਪਹਿਲੀ ਵਾਰ ਪੰਜਾਬੀ ਨੂੰ ਪੰਜਾਬੀ ਕਿਸ ਨੇ ਕਿਹਾ। ਸੋ ਸਭ ਤੋਂ ਪਹਿਲਾਂ ਆਪਾਂ ਭਾਸ਼ਾਈ ਵਿਕਾਸ ਦੀ ਗੱਲ ਕਰਦੇ ਹਾਂ ਕਿ ਭਾਸ਼ਾਵਾਂ ਵਿਕਾਸ ਕਿਵੇਂ ਕਰਦੀਆਂ ਨੇ। ਹੁਣ ਸਭ ਤੋਂ ਪਹਿਲਾਂ ਤਾਂ ਜਿਹੜੀ ਹੈਗੀ ਪੁਰਾਤਨ ਭਾਸ਼ਾ ਜਿਹੜੀ ਹੈਗੀ ਸੰਸਕ੍ਰਿਤ ਹੈ, ਠੀਕ ਹੈ ਜੀ। ਸੰਸਕ੍ਰਿਤ ਅੱਗੇ ਡਿਵੈਲਪ ਹੁੰਦੀ ਹੈ ਦੋ ਤਰ੍ਹਾਂ ਦੇ ਨਾਲ, ਇੱਕ ਵੈਦਿਕ ਸੰਸਕ੍ਰਿਤ, दूसरी लौकिक संस्कृत। वैदिक संस्कृत जिहड़ी हैगी है वेदां दी भाषा है, जिहदे विच वेद रचे गए, शास्त्र रचे गए। तो ये वेदां शास्त्रां दी भाषा है ना, पुराणां दी भाषा है जिहदे विच पुराण वगैरह रचे गए, ठीक है। लौकिक भाषा जिहड़ी है संस्कृत दे विच लौकिक भाषा अगे वधदी है ਤਾਂ ਜਿਹੜੀਆਂ ਹੈਗੀਆਂ ਪ੍ਰਕਿਰਤਾਂ ਜਿਹੜੀਆਂ ਹੈਗੀਆਂ ਹੋਂਦ ਦੇ ਵਿੱਚ ਆਉਂਦੀਆਂ ਨੇ, ਠੀਕ ਹੈ ਜੀ। ਪ੍ਰਕਿਰਤਾਂ ਅੱਗੇ ਵੱਧਦੀਆਂ ਨੇ ਤਾਂ ਜਿਹੜੀਆਂ ਹੈਗੀਆਂ ਅਪਭ੍ਰੰਸ਼ਾਂ ਹੋਂਦ ਦੇ ਵਿੱਚ ਆਉਂਦੀਆਂ ਨੇ, ਅਪਭ੍ਰੰਸ਼ਾਂ, ਠੀਕ ਹੈ ਜੀ। ਅਪਭ੍ਰੰਸ਼ਾਂ ਤੋਂ ਅੱਗੇ ਜਿਹੜੀਆਂ ਹੈਗੀਆਂ ਆਧੁਨਿਕ ਭਾਸ਼ਾਵਾਂ, ਠੀਕ ਹੈ ਜੀ, ਜਿਹਦੇ ਵਿੱਚ ਪੰਜਾਬੀ, ਹਿੰਦੀ, ਹਿੰਦਵੀ, ਰਾਜਸਥਾਨੀ, ਇਹ ਆਧੁਨਿਕ ਭਾਸ਼ਾਵਾਂ ਜਿਹੜੀਆਂ ਹੈਗੀਆਂ ਖਾਸ ਕਰ ਉੱਤਰੀ ਭਾਰਤ ਦੀਆਂ ਜਦੋਂ ਆਪਾਂ ਕਹਾਂਗੇ। ਹੁਣ ਸੰਸਕ੍ਰਿਤ ਆਪਣੇ ਆਪ ਦੇ ਵਿੱਚ ਜਿਹੜੀ ਹੈਗੀ ਹੈ ਮੁੱਢਲੀ ਜਿਹੜੀ ਹੈਗੀ ਹੈ ਭਾਰਤੀ ਭਾਸ਼ਾ ਦੇ ਵੱਲੋਂ ਜਾਂ ਇੱਕ ਜਨਨੀ ਭਾਸ਼ਾ ਦੇ ਵਜੋਂ ਜਿਹੜੀ ਹੈਗੀ ਹੈ ਅਸੀਂ ਵੇਖਦੇ ਹਾਂ। ਤੇ ਉਸ ਤੋਂ ਅਗਲਾ ਜਿਹੜਾ ਹੈਗਾ ਇਹਦਾ ਭਾਗ ਹੈ ਵੈਦਿਕ, ਜਿਹਦੇ ਵਿੱਚ ਵੇਦ ਰਚੇ ਗਏ, ਕਿਉਂਕਿ ਵੇਦਾਂ ਦੀ ਭਾਸ਼ਾ ਜਾਂ ਵੇਦਾਂ ਦੀ ਸੰਸਕ੍ਰਿਤ ਇੰਨੀ ਔਖੀ ਹੈ, ਉਹ ਵੇਦਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ, ਜਾਂ ਅਸੀਂ ਕਹਿ ਲਓ ਵੀ ਜਿਹੜੇ ਵੀ ਵਿਦਵਾਨ ਬਿਰਤੀ ਦੇ ਲੋਕ ਸੀ ਉਹਨਾਂ ਤੱਕ ਸੀਮਿਤ ਹੋ ਕੇ ਰਹਿ ਗਈ। ਤੇ ਨੈਕਸਟ ਲਈ ਲੌਕਿਕ ਸੰਸਕ੍ਰਿਤ ਹੈ ਉਹ ਅੱਗੇ ਵੱਧਦੀ ਹੈ, ਔਰ ਲੌਕਿਕ ਸੰਸਕ੍ਰਿਤ ਪ੍ਰਕਿਰਤਾਂ ਬਣਦੀਆਂ ਨੇ। ਪ੍ਰਕਿਰਤਾਂ ਜਿਹੜੀ ਹੈਗੀਆਂ ਜਿਹਦੇ ਵਿੱਚ ਅਸੀਂ ਮੇਨ ਰੂਪ ਦੇ ਵਿੱਚ ਪਾਲੀ ਪ੍ਰਕਿਰਤ ਵੇਖਦੇ ਹਾਂ, ਹੈ ਨਾ, ਜਾਂ ਜਿਹੜੀਆਂ ਹੈਗੀਆਂ ਹੋਰ ਵੀ ਅਨੇਕਾਂ ਪ੍ਰਕਿਰਤਾਂ ਜਿਹੜੀਆਂ ਹੈਗੀਆਂ ਭਾਰਤੀ ਭਾਸ਼ਾਈ ਵਿਕਾਸ ਦੇ ਸੰਦਰਭ ਦੇ ਵਿੱਚ ਹੈ ਨਾ ਸਾਹਮਣੇ ਆਉਂਦੀਆਂ ਨੇ। ਇਸੇ ਤਰ੍ਹਾਂ ਜਿਹੜੀ ਹੈਗੀ ਹੈ ਜਿਹੜੀਆਂ ਜਿਨ੍ਹਾਂ ਨੂੰ ਅਗਲੀ ਪ੍ਰਕਿਰਤਾਂ ਤੋਂ ਅੱਗੇ ਅਪਭ੍ਰੰਸ਼ਾਂ ਨੇ। ਅਪਭ੍ਰੰਸ਼ਾਂ ਜਿਹੜੀ ਹੈਗੀ ਆ ਸਾਡੇ ਕੋਲੇ ਸੌਰ ਸ਼ੈਨੀ, ਠੀਕ ਹੈ, ਕਈ ਪੇਸ਼ਾਂਚੀ, ਠੀਕ ਹੈ। ਸੋ ਇਹ ਆਪਣੇ ਆਪ ਦੇ ਵਿੱਚ ਪ੍ਰਕਿਰਤਾਂ ਵੀ ਸੀਗੀਆਂ ਪਹਿਲਾਂ, ਠੀਕ ਹੈ। ਜੇ ਮੰਨ ਲਓ ਇਹ ਵੀ ਮੰਨ ਲਿਆ ਜਾਵੇ ਵੀ ਸੰਸਕ੍ਰਿਤ ਦੋ 'ਚ ਅੱਗੇ ਹੈ ਨਾ ਡਿਵਾਈਡ ਹੁੰਦੀ ਹੈ,
ਤਾਂ ਪ੍ਰਕਿਰਤਾਂ ਮੰਨ ਲਓ 50 ਬਣਦੀਆਂ ਨੇ, ਤਾਂ ਜਿਹੜੀਆਂ ਅਪਭ੍ਰੰਸ਼ਾਂ 500 ਬਣ ਗਈਆਂ। ਤੇ ਅੱਜ ਦੇ ਸੰਦਰਭ ਦੇ ਵਿੱਚ ਤਕਰੀਬਨ ਜਿਹੜੀਆਂ ਹੈਗੀਆਂ ਭਾਰਤ ਦੇ ਵਿੱਚ 5000 ਦੇ ਕਰੀਬ ਭਾਸ਼ਾਵਾਂ ਤੇ ਬੋਲੀਆਂ ਜਾਂਦੀਆਂ ਨੇ। ਸੋ ਉਹਨਾਂ ਦੇ ਵਿੱਚੋਂ ਜਿਹੜੀ ਹੈਗੀ ਸਾਡੇ ਕੋਲੇ ਪੰਜਾਬੀ ਇੱਕ ਹੈ। ਸੋ ਜੇ ਅਸੀਂ ਭਾਸ਼ਾ ਦੇ ਵਿਕਾਸ ਦੀ ਗੱਲ ਕਰੀਏ ਤਾਂ ਸਾਡੇ ਕੋਲ ਸੰਸਕ੍ਰਿਤ, ਵੈਦਿਕ ਸੰਸਕ੍ਰਿਤ, ਲੌਕਿਕ ਸੰਸਕ੍ਰਿਤ, ਪ੍ਰਕਿਰਤਾਂ ਤੋਂ ਅਪਭ੍ਰੰਸ਼ਾਂ ਜਿਹੜੀਆਂ ਮੇਨ ਪ੍ਰਕਿਰਤ ਜਿਹੜੀ ਹੈਗੀ ਪਾਲੀ ਪ੍ਰਕਿਰਤ ਅਸੀਂ ਵੇਖੀ ਹੈ। ਸੋ ਪਾਲੀ ਪ੍ਰਕਿਰਤ ਹੈ ਤੇ ਅਪਭ੍ਰੰਸ਼ਾਂ ਅੱਗੋਂ ਸੌਰ ਸੈਨਿਕ, ਕਈ ਪਛਾਂਚੀ ਜਿਹੜੀਆਂ ਹੈਗੀਆਂ ਇਹ ਨੇ। ਠੀਕ ਹੈ, ਇਹ ਸਿਰਫ ਜਸਟ ਗਿਣਤੀ ਹੋਈ ਹੈ ਦੱਸਣ ਦੇ ਲਈ ਵੀ ਜੇ 2 ਸੀਗੀਆਂ ਕਿ ਇਹਨਾਂ ਦੇ ਕਾਰਨ ਆਪਣੇ ਆਪ ਦੇ ਵਿੱਚ ਹੁੰਦੇ ਨੇ। ਜਿਹੜੇ ਹੈਗੇ ਆ ਭਾਸ਼ਾਵਾਂ ਦੇ ਜਿਹੜੇ ਹੈਗਾ ਮਤਲਬ ਵਾਧੇ ਦੇ ਲਈ ਜਿਹੜੇ ਜ਼ਿੰਮੇਵਾਰ ਤੱਤ ਨੇ ਉਹ ਸਾਡੇ ਕੋਲੇ ਹੈਗੇ ਆ ਹੈ ਨਾ, ਦਰਿਆ, ਪਹਾੜ, ਜਿਹੜੇ ਹੈਗੇ ਆ ਮਾਰੂਥਲ, ਜੰਗਲ। ਇਹ 4 ਤੱਤ ਜਿਹੜੇ ਹੈਗੇ ਭਾਸ਼ਾਵਾਂ ਦੇ ਵਿਕਾਸ ਲਈ ਜਾਂ ਭਾਸ਼ਾਵਾਂ ਦੀ ਵੰਡ ਦੇ ਲਈ ਜ਼ਿੰਮੇਵਾਰ ਹੁੰਦੇ ਨੇ। ਦਰਿਆ ਜਿਵੇਂ ਵਗਦਾ ਹੈ, ਦਰਿਆ ਇੱਕ ਕਿਸੇ ਸਮੇਂ 'ਚ ਉਤਰਿਆ ਹੋਇਆ, ਉਹਦੇ 'ਚ ਪਾਣੀ ਘੱਟ ਹੈ ਅਤੇ ਕੁਛ ਵਿਅਕਤੀ ਵਿਸ਼ੇਸ਼ ਉਹਦੇ ਪਰਲੇ ਪਾਰ ਜਾਂਦੇ ਨੇ, ਫਿਰ ਦਰਿਆ ਚੜ੍ਹ ਜਾਂਦਾ ਹੈ। ਜਾਂ ਦਰਿਆ ਚੜ੍ਹਿਆ ਅਤੇ ਇੱਕ ਨਵੀਂ ਭਾਸ਼ਾ ਹੋਣ ਦੇ ਵਿੱਚ ਆ ਗਈ, ਨਵੀਂ ਤਰ੍ਹਾਂ ਦੇ ਚਿੰਨ੍ਹ ਬਿੰਬ ਪ੍ਰਤੀਕ ਹੋਣ ਦੇ ਵਿੱਚ ਆ ਗਏ। ਦੂਜੀ ਹੈ ਪਹਾੜ 'ਤੇ ਗਏ, ਬਰਫ਼ ਪੈ ਗਈ, ਇੱਕ ਪਾਰ ਤੋਂ ਦੂਜੇ ਪਾਰ ਲੋਕ ਜਾ ਵਸੇ, ਉੱਥੇ ਹੀ ਰਹਿ ਗਏ। ਤੋ ਇਸ ਤਰ੍ਹਾਂ ਇੱਕ ਨਵੀਂ ਭਾਸ਼ਾ ਪੈਦਾ ਹੋ ਗਈ। ਤਾਂ ਜਾਂ ਜਿਹੜੇ ਹੈਗੇ ਮਾਰੂਥਲ ਹੈ, ਮਾਰੂਥਲ ਇੱਕ ਹਨੇਰੀਆਂ ਵਗੀਆਂ ਤਾਂ ਇੱਕ ਉੱਚਾ ਮਾਰੂਥਲ ਖੜ੍ਹਾ ਹੋ ਗਿਆ। ਸੋ ਇਸ ਤਰ੍ਹਾਂ ਜਿਹੜੇ ਹੈਗੇ ਮਾਰੂਥਲ ਵੀ ਜਿਹੜੇ ਹੈਗੇ ਪੰਜਾਬੀ ਜਿਹੜੇ ਹੈਗੇ ਭਾਸ਼ਾਵਾਂ ਦੇ ਵਿਕਾਸ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਯੋਗਦਾਨ। ਜੰਗਲ ਦੇ ਵਿੱਚ ਬੰਦਾ ਇੱਕ ਸਿਰੇ ਤੋਂ ਦੂਜੇ ਸਿਰੇ ਗਿਆ, ਰਸਤਾ ਭਟਕ ਗਿਆ। ਸੋ ਪੁਰਾਤਨ ਸਮੇਂ ਦੇ ਵਿੱਚ ਜਦੋਂ ਭਾਸ਼ਾਵਾਂ ਅਲੱਗ-ਅਲੱਗ ਤਰ੍ਹਾਂ ਦੀਆਂ ਹੋਣ ਦੇ ਵਿੱਚ ਆਈਆਂ ਤਾਂ ਇਹ ਜਿਹੜੇ ਹੈਗੇ 4-5 ਵੱਡੇ ਕਾਰਨ ਸੀਗੇ ਜਿਨ੍ਹਾਂ ਕਾਰਨ ਭਾਸ਼ਾਵਾਂ ਜਿਹੜੀਆਂ ਹੈਗੀਆਂ ਹੋਣ ਦੇ ਵਿੱਚ ਆਉਂਦੀਆਂ ਨੇ ਜਾਂ ਭਾਸ਼ਾਵਾਂ ਹੋਣ ਦੇ ਵਿੱਚ ਆ ਸਕਦੀਆਂ ਨੇ। ਸੋ ਇਸੇ ਤਰ੍ਹਾਂ ਹੀ ਇਹ ਜਿਹੜੀ ਆਪਾਂ ਬਣਾਇਆ ਗਾ ਚਿੱਤਰ, ਸੋ ਇਹਦੇ ਵਿੱਚ ਵੀ ਹੈ ਕਿ ਜੇ ਸੰਸਕ੍ਰਿਤ ਇੱਕ ਤਰ੍ਹਾਂ ਦੀ ਸੀ, ਫਿਰ 2 ਤਰ੍ਹਾਂ ਦੀਆਂ ਹੋ ਗਈਆਂ ਪ੍ਰਕਿਰਤਾਂ 50 ਤਰ੍ਹਾਂ ਦੀਆਂ ਹੋ ਗਈਆਂ, ਜਾਂ ਅਪਭ੍ਰੰਸ਼ਾਂ 500 ਤਰ੍ਹਾਂ ਦੀਆਂ ਹੋ ਗਈਆਂ, ਜਾਂ ਭਾਸ਼ਾਵਾਂ ਇਸ ਤੋਂ ਵੱਧ ਤਰ੍ਹਾਂ ਦੀਆਂ। ਕਿਉਂਕਿ ਅੱਜ ਕੱਲ੍ਹ ਭਾਸ਼ਾਵਾਂ ਦੇ ਵਿਕਾਸ ਦੀ ਸੰਭਾਵਨਾ ਇਸ ਕਰਕੇ ਘੱਟ ਹੈ। ਅਸੀਂ ਮੀਡੀਏ ਰਾਹੀਂ, ਮੋਬਾਇਲ ਰਾਹੀਂ, ਜਾਂ ਅਖਬਾਰਾਂ ਦੇ ਰਾਹੀਂ, ਜਾਂ ਕੰਪਿਊਟਰ ਇੰਟਰਨੈਟ ਰਾਹੀਂ ਇੱਕ ਦੂਜੇ ਨਾਲ ਚਾਹੇ ਕੈਨੇਡਾ ਅਮਰੀਕਾ ਤੱਕ ਰਾਬਤਾ ਕਾਇਮ ਕਰਦੇ ਹੋਈਏ, ਤਾਂ ਇੱਥੇ ਇਸ ਕਰਕੇ ਜਿਹੜੀ ਹੈਗੀਆਂ ਮਤਲਬ ਨਵੀਆਂ ਭਾਸ਼ਾ ਉਤਪੰਨ ਹੋਣ ਦੀਆਂ ਸੰਭਾਵਨਾਵਾਂ ਅੱਜ ਦੇ ਦੌਰ ਦੇ ਵਿੱਚ ਜਿਹੜੀਆਂ ਹੈਗੀਆਂ ਘੱਟ ਨੇ। ਸੋ ਇਹ ਕਾਰਨ ਸੀਗਾ ਕਿ ਦੁਨੀਆ ਦੇ ਉੱਤੇ ਜਿੰਨੀਆਂ ਵੀ ਭਾਸ਼ਾਵਾਂ ਹੋਂਦ ਦੇ ਵਿੱਚ ਆਈਆਂ, ਉਹਨਾਂ ਦੇ ਹੋਂਦ ਦੇ ਵਿੱਚ ਆਉਣ ਦਾ ਕਾਰਨ ਕੋਈ ਨਾ ਕੋਈ ਜਾਂ ਤਾਂ ਦਰਿਆ ਸੀ, ਪਹਾੜ ਸੀ, ਮਾਰੂਥਲ ਸੀ, ਜੰਗਲ ਸੀ। ਤੋ ਇਸ ਕਰਕੇ ਭਾਸ਼ਾਵਾਂ ਦੀ ਗਿਣਤੀ ਵਧੀ, ਉਹਨਾਂ ਦੇ ਚਿੰਨ੍ਹ ਪ੍ਰਤੀਕ ਬਿੰਬ ਅਲੱਗ-ਅਲੱਗ ਤਰ੍ਹਾਂ ਦੇ ਹੋ ਗਏ। ਜਿਵੇਂ ਕੁਰਸੀ ਨੂੰ ਪੰਜਾਬੀ 'ਚ ਕੁਰਸੀ ਕਿਹਾ ਜਾਂਦਾ, ਅੰਗਰੇਜ਼ੀ 'ਚ ਚੇਅਰ ਕਿਹਾ ਜਾਂਦਾ ਹੈ, ਤਾਂ ਉਹੀ ਤੋ ਚਿੰਨ੍ਹ ਬਦਲਣ ਦਾ ਕਾਰਨ ਹੈ ਭਾਸ਼ਾਈ ਅਤੇ ਸੱਭਿਆਚਾਰਕ ਜਿਹੜੀ ਪਿਛੋਕੜ ਹੈ ਉਹਦਾ ਫਰਕ ਦਾ ਹੋਣਾ। ਸੋ ਇਸੇ ਸੱਭਿਆਚਾਰਕ ਫਰਕ ਦੇ ਕਾਰਨ ਜਿਹੜਾ ਹੈਗਾ ਚਿੰਨ੍ਹ ਬਿੰਬ ਪ੍ਰਤੀਕ ਅਲੱਗ-ਅਲੱਗ ਤਰ੍ਹਾਂ ਦੇ ਹੋ ਗਏ, ਭਾਸ਼ਾਵਾਂ ਅਲੱਗ-ਅਲੱਗ ਤਰ੍ਹਾਂ ਦੀਆਂ ਹੋ ਗਈਆਂ, ਜਾਂ ਭਾਸ਼ਾਵਾਂ ਜਿਹੜੀਆਂ ਹੈਗੀਆਂ ਆਪਣੇ ਆਪ ਦੇ ਵਿੱਚ ਇੱਕ ਤੋਂ ਵੱਧ ਕਿਸਮ ਦੀਆਂ ਜਿਹੜੀਆਂ ਹੈਗੀਆਂ ਹੁੰਦੀਆਂ ਗਈਆਂ। ਸੋ ਇਹ ਸਾਡੇ ਕੋਲੇ ਜਦੋਂ ਅਸੀਂ ਪੰਜਾਬੀ ਦੀ ਗੱਲ ਕਰਾਂਗੇ ਤਾਂ ਪੰਜਾਬੀ ਜਿਹੜੀ ਹੈਗੀ ਹੈ ਅਪਭ੍ਰੰਸ਼ਾਂ ਤੋਂ ਜਿਹੜੀ ਹੈਗੀ 7ਵੀਂ 8ਵੀਂ ਸਦੀ ਦੇ ਵਿੱਚ ਮੰਨਿਆ ਜਾਂਦਾ ਹੈ, ਕਿਉਂਕਿ 9ਵੀਂ 10ਵੀਂ ਸਦੀ ਦੇ ਵਿੱਚ ਜਿਹੜੇ ਹੈਗੇ ਆ ਨਾਥ ਜੋਗੀ ਹੋ ਗਏ ਸੀ, ਆ ਗਏ ਸੀਗੇ। ਉਹ ਨਾਥ ਜੋਗੀਆਂ ਦੀ ਭਾਸ਼ਾ ਦੇ ਵਿੱਚੋਂ ਜਿਹੜੇ ਹੈਗੇ ਪੰਜਾਬੀ ਭਾਸ਼ਾ ਦੇ ਲੱਛਣ ਪੂਰਨ ਰੂਪ ਦੇ ਵਿੱਚ ਉੱਭਰਨੇ ਸ਼ੁਰੂ ਹੋ ਗਏ ਸੀਗੇ। ਉਹਨਾਂ ਦੀਆਂ ਭਾਸ਼ਾਵਾਂ ਦੇ ਵਿੱਚ ਜਿਹੜੇ ਹੈਗਾ ਆਪਣੇ ਆਪ ਦੇ ਵਿੱਚ ਜਿਹੜੇ ਹੈਗਾ ਪੰਜਾਬੀ ਭਾਸ਼ਾ ਇੱਕ ਮਿਲਗੋਭਾ ਭਾਸ਼ਾ ਦੀ ਤਰ੍ਹਾਂ ਜਿਹੜਾ ਹੈਗਾ ਸਾਡੇ ਸਾਹਮਣੇ ਆਉਂਦੀ ਹੈ। ਸੋ ਇਸ ਕਰਕੇ ਜਿਹੜੀ ਹੈਗੀ ਹੈ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਨਾਥਾਂ ਜੋਗੀਆਂ ਦੀ ਆਮਦ ਤੋਂ ਲੈ ਕੇ ਅੱਜ ਤੱਕ ਜਿਹੜੀ ਹੈਗੀ ਹੈ, ਜਦੋਂ ਅਸੀਂ ਪੰਜਾਬੀ ਭਾਸ਼ਾ ਦੀ ਗੱਲ ਕਰਾਂਗੇ ਵਿਕਾਸ ਦੀ, ਤਾਂ ਜਿਹੜੀ ਹੈਗੀ ਉਸ ਸਮੇਂ ਦੇ ਵਿੱਚ ਜਿਹੜੀ ਭਾਸ਼ਾ ਬੋਲੀ ਜਾਂਦੀ ਸੀ ਮਿਲਗੋਭਾ ਭਾਸ਼ਾ ਜਿਹਨੂੰ ਕਿਹਾ ਜਾਂਦਾ ਹੈ। ਤੋ ਉਹ ਮਿਲਗੋਭਾ ਭਾਸ਼ਾ ਦੇ ਵਿੱਚ ਹਿੰਦੀ ਸੀ, ਹਿੰਦਵੀ ਸੀ, ਪੰਜਾਬੀ ਸੀ ਇੱਕ, ਅਤੇ ਦੂਜੀ ਜਿਹੜੀ ਹੈਗੀ ਹੈ ਰਾਜਸਥਾਨੀ। ਠੀਕ ਹੈ। ਸੋ ਇਸ ਤਰ੍ਹਾਂ ਜਿਹੜੀ ਹੈਗੀ ਹੈ 7ਵੀਂ 8ਵੀਂ ਸਦੀ ਦੇ ਵਿੱਚ ਜਿਹੜਾ ਹੈਗੀ ਭਾਸ਼ਾ
ਉਹ ਨਾਥਾਂ ਜੋਗੀਆਂ ਦੁਆਰਾ ਜੋ ਬੋਲੀ ਜਾਂਦੀ ਸੀ ਉਹ ਭਾਸ਼ਾ ਜਿਹੜੀ ਹੈਗੀ ਆ ਸਾਡੇ ਕੋਲੇ ਮਿਲਗੋਭਾ ਰੂਪ ਦੇ ਵਿੱਚ ਮਿਲਦੀ ਹੈ। ਪੰਜਾਬੀ ਦੇ ਲੱਛਣ ਉਹਦੇ ਵਿੱਚ ਜ਼ਿਆਦਾ ਸੀਗੇ। ਸੋ ਇਸ ਕਰਕੇ ਅਸੀਂ ਪੰਜਾਬੀ ਵਾਲੇ ਜਾਂ ਪੰਜਾਬੀ ਸਾਹਿਤ ਦੇ ਇਤਿਹਾਸਕਾਰ ਨੇ ਜਿਹੜੇ ਉਹ ਪੰਜਾਬੀ ਦਾ ਆਰੰਭ ਨਾਥਾਂ ਜੋਗੀਆਂ ਦੀ ਜਿਹੜੀਆਂ ਰਚਨਾਵਾਂ ਨੇ ਜਾਂ ਉਹਨਾਂ ਦੇ ਸ਼ਬਦ ਸ਼ਲੋਕ ਨੇ ਉਹਨਾਂ ਤੋਂ ਮੰਨਦੇ ਨੇ। ਰਾਜਸਥਾਨੀ ਵਾਲੇ ਵੀ ਜਿਹੜੇ ਹੈਗਾ ਨਾਥਾਂ ਜੋਗੀਆਂ ਤੋਂ ਆਪਣੀ ਰਾਜਸਥਾਨੀ ਭਾਸ਼ਾ ਦਾ ਆਰੰਭ ਮੰਨਦੇ ਨੇ। ਹਿੰਦੀ ਵਾਲੇ ਵੀ ਹਿੰਦੀ ਭਾਸ਼ਾ ਦਾ ਆਰੰਭ ਮੰਨਦੇ ਨੇ ਅਤੇ ਹਿੰਦਵੀ ਵਾਲੇ ਵੀ। ਸੋ ਕਿਉਂਕਿ ਅਸੀਂ ਆਪਣੇ ਜਿਹੜੇ ਹੈਗੇ ਜਦੋਂ ਪੰਜਾਬੀ ਦੇ ਸ਼ਬਦ ਜ਼ਿਆਦਾ ਮਾਤਰਾ ਰੂਪ ਦੇ ਵਿੱਚ ਜਿਹੜੇ ਵੀ ਚਾਹੇ ਉਹ ਗੋਰਖਨਾਥ ਹੋਵੇ, ਜਲੰਧਰਨਾਥ ਹੋਵੇ, ਮਛੰਦਰਨਾਥ ਹੋਵੇ, ਚਰੰਗੀਨਾਥ ਹੋਵੇ, ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਦੇ ਵਿੱਚ ਜਦੋਂ ਅਸੀਂ ਪੰਜਾਬੀ ਭਾਸ਼ਾ ਦੇ ਲੱਛਣ ਜ਼ਿਆਦਾ ਵੇਖੇ ਜਾਂ ਜਿਹੜੀਆਂ ਸ਼ਬਦਾਂ ਸ਼ਲੋਕਾਂ 'ਚ ਮੰਨੇ, ਉੱਥੋਂ ਅਸੀਂ ਮਿਥ ਲਿਆ ਕਿ ਪੰਜਾਬੀ ਭਾਸ਼ਾ ਜਿਹੜੀ ਹੈਗੀ ਆ ਨਾਥਾਂ ਜੋਗੀਆਂ ਦੁਆਰਾ ਜਿਹੜਾ ਹੈਗਾ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਜਿਹੜੀ ਹੈਗੀ ਸਾਨੂੰ ਪਈ ਮਿਲਦੀ ਹੈ। ਤੋ ਅਸੀਂ ਜਿਹੜੀ ਗੱਲ ਕੀਤੀ ਹੈ ਕਿ ਪੰਜਾਬੀ ਨੂੰ ਪਹਿਲੀ ਵਾਰ ਪੰਜਾਬੀ ਜਿਹੜਾ ਹੈਗਾ ਕਿ ਹੈ ਨਾ ਕਿਸ ਨੇ ਕਿਹਾ, ਤੋ ਸਾਡੇ ਕੋਲ ਦੋ ਵਿਦਵਾਨ, ਇੱਕ ਹਾਫਿਜ਼ ਬਰਖੁਰਦਾਰ, ਇਹ ਕਿੱਸਾਕਾਰ ਹੋਇਆ, ਦੂਜਾ ਐਲ ਬਰੂਨੀ, ਇਹ ਆਪਣੇ ਆਪ ਦੇ ਵਿੱਚ ਇਤਿਹਾਸਕਾਰ ਹੈ। ਠੀਕ ਹੈ। ਸੋ ਇਹਨਾਂ ਨੇ ਜਿਹੜਾ ਹੈਗਾ 14ਵੀਂ ਸਦੀ ਦੇ ਵਿੱਚ ਜਿਹੜਾ ਹੈਗਾ ਪਹਿਲੀ ਵਾਰ ਪੰਜਾਬੀ ਨੂੰ ਪੰਜਾਬੀ ਕਿਹਾ ਕਿਉਂਕਿ ਪੰਜਾਬ ਉਸ ਸਮੇਂ ਦੇ ਵਿੱਚ 5 ਦਰਿਆਵਾਂ ਦੀ ਧਰਤੀ ਸੀ ਔਰ 5 ਦਰਿਆਵਾਂ ਦੀ ਧਰਤੀ 'ਤੇ ਬੋਲਣ ਵਾਲੀ ਜਿਹੜੀ ਜ਼ੁਬਾਨ ਸੀ ਉਹਨੂੰ ਪਹਿਲੀ ਵਾਰੀ ਹਾਫਿਜ਼ ਬਰਖੁਰਦਾਰ ਕਿੱਸਾਕਾਰ ਨੇ ਪੰਜਾਬੀ ਕਿਹਾ। ਠੀਕ ਹੈ ਜੀ। ਪੰਜਾਬੀ ਪੰਜ ਆਬ ਤੋਂ ਬਣਿਆ। ਠੀਕ ਹੈ। 5 + ਆਬ, 5 ਤੋਂ ਮਤਲਬ 5 ਗਿਣਤੀ ਦੇ ਅਤੇ ਆਬ ਤੋਂ ਮਤਲਬ ਪਾਣੀ। ਸੋ 5 ਆਬ ਜਿਹੜਾ ਹੈਗਾ ਸ਼ਬਦ ਉਸ ਸਮੇਂ ਇਸ ਖਿੱਤੇ ਦੇ ਲਈ ਵਰਤਿਆ ਜਾਣ ਲੱਗ ਪਿਆ ਸੀਗਾ। ਤੋ ਉੱਥੇ ਬੋਲਣ ਵਾਲੀ ਭਾਸ਼ਾ ਆਪਣੇ ਆਪ ਦੇ ਵਿੱਚ ਪੰਜਾਬੀ 14ਵੀਂ ਸਦੀ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਕਿਹਾ। ਅਤੇ ਉਸ ਤੋਂ ਪਹਿਲਾਂ ਪੰਜਾਬ ਦਾ ਨਾਂ ਸਪਤ ਸਿੰਧੂ ਸੀਗਾ। ਸਪਤ ਸਿੰਧੂ ਆਪਣੇ ਆਪ ਦੇ ਵਿੱਚ ਸਪਤ ਤੋਂ ਮਤਲਬ 7, ਸਿੰਧੂ ਤੋਂ ਮਤਲਬ ਦਰਿਆ। ਇਸੇ ਤਰ੍ਹਾਂ ਹੀ ਜਿਹੜਾ ਹੈਗਾ ਸੰਸਕ੍ਰਿਤ ਦੇ ਵਿੱਚ ਜਿਹੜਾ ਹੈਗਾ ਇਸ ਸ਼ਬਦ ਨੂੰ ਮਾਨਤਾ ਜਿਹੜੇ ਹੈਗਾ 7 ਦਰਿਆਵਾਂ ਦੇ ਦੇਸ਼ ਵਜੋਂ ਹੈ ਨਾ ਜਾਣਿਆ ਜਾਂਦਾ ਸੀ ਪੰਜਾਬ ਨੂੰ। ਤੋ ਉਸ ਸਮੇਂ ਸਪਤ ਸਿੰਧੂ ਕਿਹਾ ਜਾਂਦਾ ਸੀ। ਹੌਲੀ ਹੌਲੀ ਜਿਹੜਾ ਹੈਗਾ 5 ਦਰਿਆਵਾਂ ਦੀ ਧਰਤੀ ਰਹਿ ਗਿਆ ਤਾਂ ਪੰਜਾਬੀ। ਸੋ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਾਡੇ ਕੋਲ ਪੰਜਾਬੀ ਸ਼ਬਦ ਇੰਨਾ ਰੂੜ ਹੋ ਗਿਆ ਜਾਂ ਪੰਜਾਬ ਸ਼ਬਦ ਇੰਨਾ ਰੂੜ ਹੋ ਗਿਆ। ਹਾਲਾਂਕਿ ਪੰਜਾਬ ਹੁਣ ਅੱਜ ਦੇ ਦੌਰ ਦੇ ਵਿੱਚ 2.5 ਦਰਿਆਵਾਂ ਦੀ ਧਰਤੀ ਰਹੀ। ਅੱਜ ਵੀ ਪੰਜਾਬ ਨੂੰ ਪੰਜਾਬ ਕਿਹਾ ਜਾਂਦਾ, ਪੰਜਾਬੀ ਨੂੰ ਪੰਜਾਬੀ ਕਿਹਾ ਜਾਂਦਾ। ਸੋ ਸਾਡੀ ਜ਼ਿਹਨ ਦੇ ਵਿੱਚ ਸਾਡੇ ਅੰਦਰ ਜਿਹੜਾ ਹੈਗਾ ਇਹ ਸ਼ਬਦ ਇੰਨਾ ਰਚ ਗਿਆ ਸੀ ਅੱਜ ਵੀ ਪੰਜਾਬ ਨੂੰ ਪੰਜਾਬ ਕਹਿੰਦੇ ਹਾਂ ਅਤੇ ਪੰਜਾਬੀ ਨੂੰ ਪੰਜਾਬੀ ਕਹਿੰਦੇ ਹਾਂ। ਸੋ ਇਹ ਭਾਵੇਂ ਹੁਣ ਇੱਕ ਵਾਰੀ ਪੰਜਾਬੀ ਸਾਨੂੰ ਲੱਗਦਾ ਵੀ ਸੁੰਗੜ ਕੇ ਹੈ ਨਾ ਜਾਂ ਪੰਜਾਬ ਸੁੰਗੜ ਕੇ 2.5 ਦਰਿਆਵਾਂ ਦੀ ਧਰਤੀ ਰਹਿ ਗਿਆ ਅਤੇ ਪੰਜਾਬੀ ਸੁੰਗੜ ਕੇ 2.5 ਦਰਿਆਵਾਂ ਦੇ ਹੈ ਨਾ ਰਾਜ ਦੀ ਜਿਹੜੀ ਹੈਗੀ ਭਾਸ਼ਾ ਰਹਿ ਗਈ। ਪਰ ਨਾਲ ਦੀ ਨਾਲ ਜਿਹੜੀ ਹੈਗੀ 192 ਦੇ ਕਰੀਬ ਮੁਲਕਾਂ ਦੇ ਵਿੱਚ ਪੰਜਾਬੀ ਜਿਹੜੀ ਹੈਗੀ ਹੈ ਫੈਲੀ ਹੋਈ ਹੈ। ਇੱਕ ਤਰ੍ਹਾਂ ਨਾਲ ਪੰਜਾਬ ਯੂਨੀਵਰਸ ਲੈਵਲ 'ਤੇ ਜਿਹੜਾ ਹੈਗਾ ਸੁੰਗੜ ਕੇ ਜਿਹੜਾ ਹੈਗਾ ਫੈਲ ਗਿਆ। ਸੋ ਯੂਨੀਵਰਸ ਦੇ ਜਿਹੜੇ ਹੈਗੇ ਵੱਖ-ਵੱਖ 150 ਤੱਕ ਤਾਂ ਮੁਲਕ ਪੱਕੇ ਨੇ ਜਿੱਥੇ ਪੰਜਾਬੀ ਬੈਠੀ ਹੈ। ਇਸ ਤੋਂ ਇਲਾਵਾ ਇੱਕਾ ਦੁੱਕਾ ਲੋਕ ਜਿਹੜੇ ਹੋਰਨਾਂ ਦੇਸ਼ਾਂ ਦੇ ਵਿੱਚ ਬੈਠੇ ਨੇ। ਸੋ ਉਹਨਾਂ ਦੇਸ਼ਾਂ ਦੇ ਵਿੱਚ ਵੀ ਜਿਹੜੀ ਹੈਗੀ ਪੰਜਾਬੀ ਭਾਸ਼ਾ ਅੱਜ ਦੇ ਦੌਰ ਦੇ ਵਿੱਚ ਬੋਲੀ ਜਾਂਦੀ ਹੈ। ਸੋ ਇਹ ਜਿਹੜੀ ਹੈਗੀ ਗੱਲ ਸੀਗੀ ਕਿ ਪੰਜਾਬੀ ਭਾਸ਼ਾ ਦਾ ਪੰਜਾਬੀ ਨਾਂ ਕਿਵੇਂ ਪਿਆ, ਕਿਹਨੇ ਕਿਹਾ। ਸੋ ਉਹਨਾਂ ਬਾਰੇ ਗੱਲਾਂ ਸੀਗੀਆਂ। ਅਤੇ ਅਗਲੀ ਗੱਲ ਹੈ ਇਹਦੇ ਨਾਲ ਹੀ ਆਪਾਂ ਗੱਲ ਕਰਾਂਗੇ ਮਿਲਦੀ ਜੁਲਦੀ ਗੁਰਮੁਖੀ ਲਿਪੀ। ਸੋ ਗੁਰਮੁਖੀ ਲਿਪੀ ਦੇ ਬਾਰੇ ਜਦੋਂ ਗੱਲ ਕਰਾਂਗੇ ਤਾਂ ਗੁਰਮੁਖੀ ਜਿਹੜੀ ਹੈਗੀ ਸੰਸਕ੍ਰਿਤ ਹੈ ਉਹ ਆਪਣੇ ਆਪ ਦੇ ਵਿੱਚ ਬ੍ਰਹਮੀ 'ਚ ਲਿਖੀ ਜਾਂਦੀ ਸੀ ਹੈ ਨਾ, ਬ੍ਰਹਮੀ ਲਿਪੀ। ਠੀਕ ਹੈ। ਸੋ ਸੰਸਕ੍ਰਿਤ ਜਿਹੜੀ ਹੈਗੀਆਂ ਬ੍ਰਹਮੀ ਲਿਪੀ ਦੇ ਵਿੱਚ ਜਿਹੜੀਆਂ ਲਿਖੀ ਜਾਂਦੀ ਸੀ। ਉਸ ਤੋਂ ਬਾਅਦ ਜਿਹੜੀਆਂ ਪ੍ਰਾਕਿਰਤਾਂ ਅਪਭ੍ਰੰਸ਼ਾਂ ਜਿਹੜੀਆਂ ਹੈਗੀਆਂ ਇਹ ਸ਼ਾਰਦਾ ਟਾਕਰੀ ਜਿਹੜੀ ਲਿਪੀਆਂ ਹੈ ਨਾ ਇਹ ਲੰਡੇ ਜਾਂ ਮਹਾਜਨੀ ਦੇ ਵਿੱਚ ਹੈ ਨਾ ਸਾਡੀ ਜਿਹੜੀ ਹੈਗੀ ਗੁਰਮੁਖੀ ਪੰਜਾਬੀ ਲਿਪੀ ਹੈ ਜਿਹੜੀ ਉਹ ਪੰਜਾਬੀ ਭਾਸ਼ਾ ਉਹ ਗੁਰਮੁਖੀ ਲਿਪੀ ਦੇ ਵਿੱਚ ਲਿਖੀ ਜਾਂਦੀ ਹੈ।
ठीक है। गुरु अंगद देव जी ने सवारिया ਜਾਂ शुद्धता प्रदान की। ठीक है। सो इस तरह जी है साढ़े को संस्कृत जी भाषा है वो ब्रह्मी लिपि दे विच लिखी जाती सी। सो ब्रह्मी लिपि मुढ़ली लिपि वजों वेखी जाती है। तो नाल दी नाल प्रकिरतां जिहड़ियां हैगियां शारदा ते टाकरी लिपि दे विच लिखियां जांदियां सीगियां। सो शारदा टाकरी लिपियां जिहड़ियां हैगियां उस समय दे विच प्रचलित रहीआं ते शारदा टाकरी अगे वधदियां ने लंडे ते महाजनी लिपि दे विच कन्वर्ट हुंदियां ने। तो जिहड़ा हैगा तो वो जदों लिपि गुरु अंगद देव जी द्वारा सवारी गई उन्होंने शुद्धता प्रदान की गई तो उस समय तो लैके जिहड़ा हैगा 15वीं सदी दे विच जिहड़ा हैगा गुरमुखी लिपि इहदा नाम पिया। तो इन्होंने शुद्धता प्रदान की और इन्हों ठीक रूप दे विच हना लिखण दी हैगी कोशिश की। सो गुरमुखी लिपि जिहड़ी हैगी गुरु अंगद देव जी ने सवारी इस करके इसका नाम गुरमुखी है। हुण मूल रूप दे विच जिहड़ी है छोटा जिहा आपां गल कर लईए भी मूल रूप दे विच की फर्क सी की शुद्धता प्रदान करदी। कुछ एक जिहड़े हैगे आपां अखरां दे संदर्भ दे विच कुछ क धुनियां दे संदर्भ दे विच है गल करदे हां। तो जिहड़ा हैगा गुरमुखी लिपि तो पहलां ऊड़ा जिहड़ा हैगा इस तरह विच ही लाइन दे विच पाया जांदा सी। इसे तरह ही आड़ा जिहड़ा हैगा वो टेढ़ा लिखिया जांदा सी इस तरह। तो दोवां दे विच जिहड़ा हैगा मूल रूप दे विच साडे कोल फर्क है। जिहड़ा अज दा ऊड़ा असीं एवें लिखदे हां ते आड़े नूं असीं जिहड़ा हैगा इस रूप दे विच हना लिखदे हां। सो अपने आप दे विच लिखण दा जिहड़ा हैगा कुछ क फर्क सीगा। कुछ क धुनियां जिहड़ियां हैगियां शारदा टाकरी लिपि दियां साडे कोले सांझियां ने जिहड़ियां गुरमुखी लिपि दे विच ने टैंका ठट्ठा डड्डा शब्द जिहड़े हैगे आ जिहड़े बिल्कुल ही साडे हना पंजाबी दिया होरनां भाषावां दे विच जिहड़े हैगे जां होरनां लिपियां दे विच जिहड़े हैगे लिखे जां बोले नहीं जांदे। सो उस किस्म दे जिहड़े हैगे साडे कोल शब्द ने जिहड़ी हैगियां शारदा टाकरी दियां जिहड़ियां हैगियां 15 दे करीब जां शारदा टाकरी लिपि दियां 15 दे करीब जिहड़ियां धुनियां ने वो अज दी गुरमुखी वालियां ने जां वधेरे करके गुरमुखी लिपि दियां धुनियां दे नेड़े ने। सो ये 14-15 जिहड़ियां हैगियां धुनियां नूं साडे जिहड़े हैगे मुढ़ले जिहड़े भाषा विग्यानी ने जां अज दे भाषा विग्यानी ने मानता दिंदे ने कि इन्हां अखरां दे विच जिहड़े हैगे कुछ कोई विद्वान 13 कहंदा, कोई 14 कहंदा, कोई 15 कहंदा, कोई 17 भी कहंदा है। सो मतलब मुढ़ले रूप दे विच जे असीं गल करनी होवे जां तत्थ रूप दे विच जां सार रूप दे विच गल करनी होवे तां 13 तो लैके 15 तक धुनियां जिहड़ियां हैगियां अज दी गुरमुखी लिपि वालियां धुनियां जिहड़ियां हैगियां वो शारदा टाकरी लिपियां दे विच मिलदियां ने। सो इस गल तो पुख्ता गवाही मिलदी है भी साडी गुरमुखी लिपि जिहड़ी हैगी है एक तरह दे नाल सफ़र तय करदी होई जिहड़ी हैगी है ब्रह्मी लिपि तो शारदा टाकरी लिपि राहीं हुंदी हुई गुरमुखी लिपि तक जिहड़ी हैगी है पहुँचदी है। इवें ही पंजाबी भाषा संस्कृत तो सफ़र शुरू करदी होई प्रकिरतां राहीं अपभ्रंशां राहीं आधुनिक भाषा के रूप दे विच जिहड़ी हैगी साडे अज तक दा जिहड़ा हैगा सफ़र तय करदी है। सो प्यारे दोस्तों जिहड़ियां हैगियां दोवां भाषावां दे दोवां जिहड़े हैगे चाहे भाषा पंजाबी भाषा होवे गुरमुखी लिपि होवे गुरमुखी लिपि ते भाषा दे बारे दोनों दे पक्षां दे बारे आपां इह महत्वपूर्ण जानकारी हासिल करन दी कोशिश कीती है। सो अगली जिहड़ी हैगी जानकारी है भी नाथां जोगियां दियां रचनावां तो जिहड़ा हैगा 9वीं 10वीं सदी दे 9वीं 10वीं सदी दे विच जिहड़ा हैगा नाथां जोगियां दियां रचनावां तो पंजाबी भाषा दा मुढ़ वजदा है। ठीक है जी। सो 9वीं 10वीं कोई 940 ईस्वी दे विच गोरखनाथ नूं पैदा होया कहंदा है, कोई 1040 दे विच पैदा कहंदा होया कहंदा है
ਤੇ ਇਸ ਤਰ੍ਹਾਂ ਜਿਹੜੀ ਹੈਗੀ ਆ ਸਾਹਿਤ ਵਿਦਵਾਨਾਂ ਦੁਆਰਾ 940 ਈਸਵੀ ਤੋਂ ਲੈ ਕੇ 1040 ਈਸਵੀ ਤੱਕ ਨਾਥਾਂ ਜੋਗੀਆਂ ਦੇ ਸਮੇਂ ਨੂੰ ਜਿਹੜਾ ਹੈਗਾ ਨਿਰਧਾਰਿਤ ਕੀਤਾ ਗਿਆ। ਸੋ ਨਾਥਾਂ ਜੋਗੀਆਂ ਦੀਆਂ ਜਿਹੜੀਆਂ ਰਚਨਾਵਾਂ ਨੇ ਉਹਨਾਂ ਤੋਂ ਅਸੀਂ ਪੰਜਾਬੀ ਭਾਸ਼ਾ ਦਾ ਜਿਹੜਾ ਹੈਗਾ ਆਰੰਭ ਮੰਨਦੇ ਹਾਂ, ਜਾਂ ਉਹਨਾਂ ਦੀਆਂ ਰਚਨਾਵਾਂ ਜਾਂ ਜਿਹੜੀ ਵੀ ਉਹਨਾਂ ਦੀ ਮਿਲਗੋਬਾ ਭਾਸ਼ਾ ਸੀ। ਸੋ ਮਿਲਗੋਬਾ ਭਾਸ਼ਾ ਦੇ ਵਿੱਚ ਜਿਹੜੇ ਵਧੇਰੇ ਸ਼ਬਦ ਪੰਜਾਬੀ ਦੇ ਸਾਡੇ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਭਾਸ਼ਾਵਾਂ ਦੇ ਇਤਿਹਾਸ ਨੂੰ ਜਾਂ ਭਾਸ਼ਾਵਾਂ ਦੇ ਵਿਕਾਸ ਨੂੰ ਅਸੀਂ ਦੋ ਤਰ੍ਹਾਂ ਨਾਲ ਸਮਝ ਸਕਦੇ ਹਾਂ। ਇੱਕ ਤਾਂ ਜਿਹੜੇ ਹੈਗਾ ਅੱਜ ਤੋਂ ਲੈ ਕੇ ਜਿਹੜਾ ਹੈਗਾ ਪਿੱਛੇ ਤੱਕ ਹੋਣ ਵਾਲੇ ਸਮੇਂ ਤੋਂ, ਇੱਕ ਜਿਹੜਾ ਹੈਗਾ ਦੂਜਾ ਪੱਖ ਹੈ ਕਿ ਪਿਛਲੇ ਸਮੇਂ ਤੋਂ ਲੈ ਕੇ ਅੱਜ ਤੱਕ ਹੈ ਕਿਵੇਂ ਡਿਵੈਲਪ ਹੋਈਆਂ ਭਾਸ਼ਾਵਾਂ। ਇਹ ਦੋ ਪੱਖ ਨੇ ਜਿਹੜੇ ਹੈਗੇ ਭਾਸ਼ਾਈ ਵਿਕਾਸ ਨੂੰ ਸਮਝਣ ਦੇ। ਤੋ ਭਾਸ਼ਾਈ ਵਿਕਾਸ ਨੂੰ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਦੋ ਤਰੀਕੇ ਅਸੀਂ ਭਾਸ਼ਾਈ ਵਿਕਾਸ ਨੂੰ ਸਮਝਾਂਗੇ ਕਿ ਇੱਕ ਅੱਜ ਦੀ ਸਥਿਤੀ ਦੇ ਵਿੱਚ ਜੋ ਭਾਸ਼ਾ ਹੈ ਉਹਦੇ ਵਿੱਚ ਕਿੰਨੇ ਸ਼ਬਦ ਕਿਹੜੇ ਵਿਸ਼ੇਸ਼ ਸਮੇਂ ਦੇ ਨੇ, ਕਿੰਨੇ ਸ਼ਬਦ ਕਿਹੜੇ ਦੂਸਰੇ ਵਿਸ਼ੇਸ਼ ਸਮੇਂ ਦੇ ਨੇ, ਕਿੰਨੇ ਤੀਸਰੇ ਚੌਥੇ ਸੋ ਔਨ ਜਿੰਨੇ ਵੀ, ਕਿਉਂਕਿ ਭਾਸ਼ਾ ਦੇ ਵਿੱਚ ਸ਼ਬਦ ਜੁੜਦੇ ਤੁਰੇ ਜਾਂਦੇ ਨੇ, ਨਵੇਂ ਸ਼ਬਦ ਹੋਂਦ ਦੇ ਵਿੱਚ ਆਉਂਦੇ ਤੁਰੇ ਜਾਂਦੇ ਨੇ। ਪੁਰਾਣੇ ਸ਼ਬਦ ਜਿਹੜੇ ਹੈਗੇ ਕੁਛ ਕੁ ਜਿਹੜੇ ਹੈਗਾ ਭਾਸ਼ਾ ਦੇ ਵਿੱਚੋਂ ਖਾਰਜ ਹੁੰਦੇ ਤੁਰੇ ਜਾਂਦੇ ਨੇ, ਜਾਂ ਆਪਣੇ ਆਪ ਦੇ ਵਿੱਚ ਜਿਹੜੇ ਹੈਗੇ ਭਾਸ਼ਾਈ ਬੁਲਾਰੇ ਉਹਨਾਂ ਦੀ ਵਰਤੋਂ ਕਰਨਾ ਛੱਡ ਦਿੰਦੇ ਨੇ। ਤੋ ਜੇ ਅੱਜ ਦੇ ਸਮੇਂ ਤੋਂ ਲੈ ਕੇ ਪਿਛਲੇ ਸਮੇਂ ਤੱਕ ਜਾਇਆ ਜਾਵੇ ਤਾਂ ਅਸੀਂ ਸੰਸਕ੍ਰਿਤ ਤੱਕ ਜਾ ਪਹੁੰਚਦੇ ਹਾਂ। ਠੀਕ ਹੈ ਜੀ। ਸੋ ਕਿ ਪੰਜਾਬੀ ਭਾਸ਼ਾ ਜਿਹੜੀ ਹੈਗੀ ਹੈ ਜਾਂ ਉਹਦੇ ਸ਼ਬਦ ਜਿਹੜੇ ਹੈਗੇ ਆ ਕਿੰਨੇ ਕੁ ਮੇਲ ਖਾਂਦੇ ਨੇ ਪਿਛਲੇ ਜਿਹੜੇ ਹੈਗਾ ਇਤਿਹਾਸ ਦੇ ਵਿੱਚ ਪਈਆਂ ਭਾਸ਼ਾਵਾਂ ਦੇ ਨਾਲ। ਅਤੇ ਦੂਜਾ ਜਿਹੜਾ ਹੈਗਾ ਪੱਖ ਅਸੀਂ ਪੰਜਾਬੀ ਭਾਸ਼ਾ ਨੂੰ ਇਸ ਤਰੀਕੇ ਵੀ ਵੇਖ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਚੱਲੀ ਕਿੱਥੋਂ, ਸੰਸਕ੍ਰਿਤ ਤੋਂ ਚੱਲੀ, ਪ੍ਰਕਿਰਤਾਂ ਤੋਂ ਅਪਭ੍ਰੰਸ਼ਾਂ ਤੋਂ ਆਧੁਨਿਕ ਭਾਸ਼ਾਵਾਂ ਤੱਕ। ਤੋਂ ਦੋ ਤਰੀਕਿਆਂ ਨਾਲ ਕਿ ਕਿਹੜੀ ਭਾਸ਼ਾ ਤੋਂ ਮੁੱਢ ਵੱਜਦਾ, ਕਿਹੜੀ ਭਾਸ਼ਾ ਦੇ ਜਿਹੜੇ ਹੈਗੇ ਕਲਾਬੇ ਦੇ ਵਿੱਚ ਅਜੋਕੀ ਭਾਸ਼ਾ ਦੇ ਸ਼ਬਦ ਪਏ ਨੇ, ਅਸੀਂ ਦੋ ਤਰੀਕਿਆਂ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਾਂ ਭਾਸ਼ਾ ਵਿਗਿਆਨੀ ਦੋ ਤਰੀਕਿਆਂ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਨੇ ਕਿ ਭਾਸ਼ਾ ਜਿਹੜੀ ਹੈਗੀ ਆ ਉਹ ਡਿਵੈਲਪ ਕਿਵੇਂ ਹੁੰਦੀ ਹੈ, ਵਿਕਾਸ ਕਿਵੇਂ ਕਰਦੀ ਹੈ। ਸੋ ਦੋਵੇਂ ਤਰੀਕਿਆਂ ਨਾਲ ਜਦੋਂ ਅਸੀਂ ਵੇਖਦੇ ਹਾਂ ਅੱਜ ਦੇ ਦੌਰ ਤੋਂ ਅਸੀਂ ਪਿੱਛੇ ਨੂੰ ਜਾਂਦੇ ਹਾਂ ਤਾਂ ਵੀ ਜਿਹੜੇ ਹੈਗਾ ਨਾਥਾਂ ਜੋਗੀਆਂ ਦੀਆਂ ਭਾਸ਼ਾਵਾਂ ਦੇ ਜਿਹੜੇ ਵਰਤੇ ਜਾਂ ਉਹਨਾਂ ਦੀਆਂ ਰਚਨਾਵਾਂ 'ਚ ਜਿਹੜੀ ਭਾਸ਼ਾ ਵਰਤੀ ਗਈ ਉਹ 'ਚ ਪੰਜਾਬੀ ਦੇ ਸ਼ਬਦ ਮਿਲਦੇ ਨੇ। ਦੂਜੇ ਪਾਸੇ ਅਸੀਂ ਜਦੋਂ ਸੰਸਕ੍ਰਿਤ ਤੋਂ ਚੱਲਦੇ ਹਾਂ ਤਾਂ ਕਿਹੜੇ ਦੌਰ 'ਚ ਆ ਕੇ ਵਧੇਰੇ ਸ਼ਬਦ ਪੰਜਾਬੀ ਦੇ ਜਿਹੜੇ ਹੈਗੇ ਜੋ ਅੱਜ ਦੀ ਭਾਸ਼ਾ ਨਾਲ ਮੇਲ ਖਾਂਦੇ ਨੇ ਉਹ ਸਾਨੂੰ ਮਿਲੇ ਤਾਂ ਉਹ ਸਾਡੇ ਕੋਲ ਨਾਥਾਂ ਜੋਗੀਆਂ ਦਾ ਸਮਾਂ ਹੈ। ਭਾਵੇਂ ਪੰਜਾਬੀ ਆਪਣਾ ਨਾਮਕਰਨ 14ਵੀਂ ਸਦੀ ਦੇ ਵਿੱਚ ਪ੍ਰਾਪਤ ਕਰਦੀ ਹੈ, ਪਰ ਜਿਹੜੀ ਹੈਗੀ ਆ ਹੋਂਦ ਜਿਹੜੀ ਹੈਗੀ ਹੈ ਸਾਡੇ ਕੋਲੇ ਜਾਂ ਹੋਂਦ ਦੇ ਵਿੱਚ 9ਵੀਂ 10ਵੀਂ ਸਦੀ ਦੇ ਵਿੱਚ ਆ ਚੁੱਕੀ ਸੀ। ਸੋ ਇਹ ਵੀ ਆਪਣੇ ਆਪ ਦੇ ਵਿੱਚ ਸਮਝਣ ਵਾਲਾ ਪੁਆਇੰਟ ਹੈ। ਸੋ ਇਸ ਤਰ੍ਹਾਂ ਜਿਹੜਾ ਹੈਗਾ ਪੰਜਾਬੀ ਭਾਸ਼ਾ ਦਾ ਮੁੱਢ ਨਾਥਾਂ ਜੋਗੀਆਂ ਦੀਆਂ ਰਚਨਾਵਾਂ ਤੋਂ ਵੱਜਦਾ। ਅਤੇ ਅਗਲੀ ਗੱਲ ਜਿਹੜੀ ਹੈਗੀ ਆ ਸਭ ਤੋਂ ਜ਼ਿਆਦਾ ਨਿਖਾਰ ਪੰਜਾਬੀ ਦੇ ਵਿੱਚ ਬਾਬਾ ਫਰੀਦ ਦੀਆਂ ਰਚਨਾਵਾਂ ਤੋਂ ਆਉਂਦਾ ਹੈ। ਬਾਬਾ ਫਰੀਦ ਦੀਆਂ ਰਚਨਾਵਾਂ ਤੋਂ ਜਿਹੜਾ ਹੈਗਾ ਪੰਜਾਬੀ ਭਾਸ਼ਾ ਦੇ ਵਿੱਚ ਨਿਖਾਰ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸੇ ਕਰਕੇ ਬਾਬਾ ਫਰੀਦ ਨੂੰ ਪੰਜਾਬੀ ਭਾਸ਼ਾ ਦਾ ਪਿਤਾਮਾ ਕਿਹਾ ਜਾਂਦਾ ਹੈ। ਬਾਬਾ ਫਰੀਦ ਸ਼ਕਰਗੰਜ। ਠੀਕ ਹੈ ਜੀ। ਸੋ ਇਹਨੂੰ ਆਪਾਂ ਇਹਨਾਂ ਨੂੰ ਪੰਜਾਬੀ ਭਾਸ਼ਾ ਦਾ ਪਿਤਾਮਾ, ਪੰਜਾਬੀ ਭਾਸ਼ਾ ਦਾ ਪਿਤਾਮਾ ਕਹਾਂਗੇ ਇਹਨਾਂ ਨੂੰ। ਪਿਤਾਮਾ ਇਸ ਕਰਕੇ ਕਹਾਂਗੇ ਕਿ ਸਭ ਤੋਂ ਵੱਧ ਜਿਹੜੀ ਹੈਗੀ ਹੈ ਸ਼ੁੱਧ ਰੂਪ ਦੇ ਵਿੱਚ ਜਿਹੜੀ ਹੈਗੀ ਹੈ 11ਵੀਂ 12ਵੀਂ ਸਦੀ ਦੇ ਵਿੱਚ ਜਿਹੜੀ ਹੈਗੀ ਹੈ ਪੰਜਾਬੀ ਸਾਡੇ ਕੋਲੇ ਨਿਖਰ ਕੇ ਸਾਹਮਣੇ ਆਉਂਦੀ ਹੈ। ਸੋ ਬਾਬਾ ਫਰੀਦ ਦੀਆਂ ਰਚਨਾਵਾਂ ਦੇ ਵਿੱਚ ਚਾਹੇ ਉਹਨਾਂ ਦੇ ਉਹ ਸ਼ਲੋਕ ਹੋਣ, ਸ਼ਬਦ ਹੋਣ, ਸੋ ਇਹਨਾਂ 'ਚੋਂ ਜਿਹੜੀ ਹੈਗੀ ਆ ਪੰਜਾਬੀ ਭਾਸ਼ਾ ਨਿਖਰ ਕੇ ਸਾਡੇ ਸਾਹਮਣੇ ਆਉਂਦੀ ਹੈ। ਸੋ ਬਾਬਾ ਫਰੀਦ ਦੇ ਨਾਮ ਹੇਠਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 130 ਸ਼ਲੋਕ ਨੇ, 112 ਉਹਨਾਂ ਦੇ ਆਪਣੇ ਨੇ, 18 ਪਹਿਲੇ ਤੀਜੇ ਪੰਜਵੇਂ ਗੁਰੂ ਦੀ ਟਿੱਪਣੀ ਵਜੋਂ ਆਏ ਨੇ। ਸੋ ਇਸ ਤਰ੍ਹਾਂ ਨਾਲ ਜਿਹੜੇ ਹੈਗੇ 130 ਸ਼ਲੋਕ ਜਿਹੜੇ ਹੈਗੇ ਬਾਬਾ ਫਰੀਦ ਦੇ ਨਾਮ ਹੇਠ ਦਰਜ ਨੇ। ਸੋ 112 ਉਹਨਾਂ ਦੇ ਆਪਣੇ ਮੌਲਿਕ ਮੰਨੇ ਜਾਂਦੇ ਨੇ, 18 ਪਹਿਲੇ ਤੀਜੇ ਪੰਜਵੇਂ ਗੁਰੂ ਦੀ ਟਿੱਪਣੀ ਵਜੋਂ ਜਿਹੜੇ ਆਏ ਨੇ। ਤੋ ਇਹ ਜਿਹੜੇ ਹੈਗੇ ਆ ਸ਼ਲੋਕਾਂ ਦੇ ਵਿੱਚ ਪੰਜਾਬੀ ਭਾਸ਼ਾ ਇੰਨੀ ਸ਼ੁੱਧਤਾ ਦੇ ਨਾਲ ਪੇਸ਼ ਹੋਈ ਹੈ। ਸੋ ਇਸ ਕਰਕੇ ਅਸੀਂ ਇਹਨਾਂ ਨੂੰ ਪੰਜਾਬੀ ਭਾਸ਼ਾ ਦਾ ਪਿਤਾਮਾ ਦਾ ਦਰਜਾ ਦਿੰਦੇ ਹਾਂ। ਇਸੇ ਤਰ੍ਹਾਂ ਹੀ ਜਿਹੜੇ ਹੈਗੇ 4 ਸ਼ਬਦ ਨੇ,
ਚਾਰ ਸ਼ਬਦ ਆਪਣੇ ਆਪ ਦੇ ਵਿੱਚ ਦੋ ਰਾਗ ਆਸਾ ਦੇ ਵਿੱਚ ਨੇ, ਦੋ ਰਾਗ ਸੂਹੀ ਦੇ ਵਿੱਚ। ਠੀਕ ਹੈ ਜੀ। ਸੋ ਦੋ ਰਾਗ ਆਸਾ ਦੇ ਵਿੱਚ ਤੇ ਦੋ ਰਾਗ ਸੂਹੀ ਦੇ ਵਿੱਚ ਇਹਨਾਂ ਦੇ ਹੈ ਨਾ ਸ਼ਬਦ ਮਿਲਦੇ ਨੇ। ਤੋ ਸ਼ਲੋਕ ਜਿਹੜੀ ਹੈਗੀ ਆ 2 ਤੋਂ 4 ਲਾਈਨਾਂ ਦੇ ਜਿਹੜੇ ਹੈਗਾ ਮਤਲਬ ਇੱਕ ਤਰ੍ਹਾਂ ਦੀ ਸਾਹਿਤਕ ਵਿਧਾ ਹੈਗੀ ਹੈ। ਸ਼ਬਦ ਜਿਹੜੀ ਹੈਗੀ ਆ 4 ਤੋਂ 8 ਜਾਂ 12 ਲਾਈਨਾਂ ਤੱਕ ਦੀ ਵੀ ਜਿਹੜੀ ਹੈਗੀ ਆ ਸਾਡੇ ਕੋਲੇ ਉਸ ਸਮੇਂ ਦੀ ਆਦਿ ਕਾਲ ਦੀ ਸਾਹਿਤਕ ਵਿਧਾ ਹੈਗੀ ਹੈ। ਇੱਕ ਗੱਲ ਹੋਰ ਵੀ ਕਾਬਲੇ ਗੌਰ ਹੈ, ਕਿਉਂਕਿ ਜਿੰਨਾ ਵੀ ਪੁਰਾਤਨ ਭਾਰਤੀ ਚਾਹੇ ਉਹ ਆਦਿਕਾਲੀਨ ਸਾਹਿਤ ਹੋਵੇ, ਚਾਹੇ ਉਹ ਮੱਧਕਾਲੀਨ ਸਾਹਿਤ ਹੋਵੇ, ਚਾਹੇ ਉਹ ਸੰਸਕ੍ਰਿਤ ਪ੍ਰਕਿਰਤਾਂ ਅਪਭ੍ਰੰਸ਼ਾਂ 'ਚ ਰਚਿਆ ਸਾਹਿਤ ਹੋਵੇ, ਤਾਂ ਉਹਨਾਂ ਸਾਰੀਆਂ ਕਿਰਤਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਜਿਹੜੇ ਹੈਗਾ ਸਾਹਿਤ ਰੂਪ ਸ਼ਲੋਕ ਜਾਂ ਸ਼ਬਦ ਹੀ ਵਰਤੇ ਮਿਲਦੇ ਨੇ। ਸੋ ਇਸੇ ਦੇ ਪਰਥਾਏ ਚਾਹੇ ਉਹ ਨਾਥ ਜੋਗੀ ਹੋਣ, ਚਾਹੇ ਉਹ ਬਾਬਾ ਫਰੀਦ ਹੋਵੇ, ਉਹ ਵੀ ਹੈ ਨਾ ਸ਼ਬਦ ਸ਼ਲੋਕਾਂ ਦੀ ਵਰਤੋਂ ਕਰਦਾ ਹੈ। ਅਤੇ ਨਾਲ ਇੱਥੇ ਇਹ ਵੀ ਦੱਸਣਾ ਵਾਜਬ ਹੋਏਗਾ ਕਿ ਜਦੋਂ ਵੀ ਮੁਗਲਾਂ ਦਾ ਜ਼ੋਰ ਭਾਰਤ 'ਤੇ ਵਧਿਆ ਜਾਂ ਖਾਸ ਤੌਰ 'ਤੇ ਪੰਜਾਬ 'ਤੇ ਵਧਿਆ, ਤਾਂ ਜਿਹੜੀਆਂ ਹੈਗੀਆਂ ਸਮਾਜਿਕ ਸੰਸਕ੍ਰਿਤ ਜਿਹੜੀਆਂ ਕੀਮਤਾਂ ਨੇ ਜਾਂ ਸੱਭਿਆਚਾਰਕ ਕਦਰਾਂ ਕੀਮਤਾਂ ਨੇ, ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਲੇਖਕਾਂ ਨੇ ਜਾਂ ਉਹਨਾਂ ਦੇ ਧਰਮ ਪ੍ਰਚਾਰ ਕਰਨ ਵਾਲੇ ਲੋਕਾਂ ਨੇ ਅਪਣਾਇਆ। ਕਿਉਂਕਿ ਜਦੋਂ ਵੀ ਕੋਈ ਸਲਤਨਤ ਤੁਹਾਡੇ 'ਤੇ ਰਾਜ ਕਰਨਾ ਚਾਹੁੰਦੀ ਹੈ ਤਾਂ ਕੁਛ ਗੱਲਾਂ ਲਾਜ਼ਮੀ ਸੋਚ ਕੇ ਚੱਲਦੀ ਹੈ ਕਿ ਸੱਭਿਆਚਾਰਕ ਸੰਸਕ੍ਰਿਤੀ ਨੂੰ ਜਾਂ ਉਹਨਾਂ ਦੇ ਭਾਸ਼ਾਈ ਪੱਖਾਂ ਨੂੰ ਜਿਹੜਾ ਹੈਗਾ ਬਦਲ ਦਿੱਤਾ ਜਾਵੇ, ਤਾਂ ਹੀ ਚਿਰ ਸਥਾਈ ਜਿਹੜਾ ਹੈਗਾ ਰਾਜ ਕੀਤਾ ਜਾ ਸਕਦਾ। ਸੋ ਉਸ ਨਜ਼ਰੀਏ ਦੇ ਵਿੱਚੋਂ ਜਿਹੜੇ ਵੀ ਇਹ ਸਾਡੇ ਕੋਲੇ ਮੁਗਲਾਂ ਦੇ ਨਾਲ ਬਾਹਰੀ ਫਿਲਾਸਫਰ ਚਿੰਤਕ ਜਾਂ ਜਿਹੜੇ ਹੈ ਨਾ ਵਿਦਵਾਨ ਲੋਕ ਆਏ ਸੀ ਜਾਂ ਭਗਤ ਲੋਕ ਆਏ ਸੀਗਾ, ਜਾਂ ਜਿਨ੍ਹਾਂ ਨੇ ਆਪਣੀ ਹੈ ਨਾ ਲੋਕਾਂ ਤੱਕ ਪਹੁੰਚਾਉਣ ਨੂੰ ਆਪਣੇ ਜਿਹੜੇ ਹੈਗੇ ਭਗਤੀ ਵਾਲੇ ਕਾਰਜਾਂ ਨੂੰ ਆਪਣੀ ਜਾਂ ਜ਼ਹਿਨ ਦੇ ਵਿੱਚ ਜਿਹੜਾ ਕੁਛ ਪਰਮਾਤਮਾ ਪ੍ਰਤੀ ਅੱਲਾ ਪ੍ਰਤੀ ਜੋ ਸੀਗਾ ਉਹਨਾਂ ਦੀ ਵਿਚਾਰਧਾਰਾ ਦੇ ਵਿੱਚ ਸ਼ਾਮਲ, ਉਹਨਾਂ ਨੂੰ ਲੋਕਾਂ ਤੱਕ ਆਮ ਲੋਕਾਈ ਨੂੰ ਸੁਣਾਉਣ ਦੀ ਦੱਸਣ ਦੀ ਕੋਸ਼ਿਸ਼ ਦੇ ਵਜੋਂ ਹੈ ਨਾ ਜਦੋਂ ਜ਼ਰੀਆ ਬਣਾਇਆ, ਤਾਂ ਉਹਨਾਂ ਲਈ ਜ਼ਰੂਰੀ ਹੋ ਗਿਆ ਸੀਗਾ ਵੀ ਉਹ ਉਹਨਾਂ ਸਾਹਿਤਕ ਰੂਪਾਂ ਦੇ ਵਿੱਚ ਹੈ ਨਾ ਰਚਨਾਵਾਂ ਰਚਣ ਜਿਹੜੇ ਸਾਹਿਤਕ ਰੂਪਾਂ ਨੂੰ ਉੱਥੋਂ ਦੇ ਲੋਕ ਉੱਥੋਂ ਦੇ ਆਮ ਵਸਿੰਦੇ ਸਮਝਦੇ ਆ। ਸੋ ਸ਼ਬਦ ਸ਼ਲੋਕਾਂ ਨੂੰ ਉਹ ਲੋਕ ਜਿਹੜੇ ਹੈਗੇ ਸਮਝਦੇ ਸੀ, ਇਸ ਕਰਕੇ ਇਹਨਾਂ ਨੇ ਵਾਜਿਬ ਸਮਝਿਆ ਕਿ ਜਿਹੜੇ ਹੈਗੇ ਉਹ ਸਾਹਿਤ ਰੂਪ ਜਿਹੜੇ ਹੈਗੇ ਵਰਤੇ ਜਾਣ, ਉਹ ਸਾਹਿਤ ਰੂਪ ਆਪਣੀ ਜ਼ਿੰਦਗੀ ਦੇ ਵਿੱਚ ਲਿਆਂਦੇ ਜਾਣ, ਜਿਹੜੇ ਸਾਹਿਤ ਰੂਪ ਆਪਣੇ ਆਪ ਦੇ ਵਿੱਚ ਜਾਣੇ ਪਛਾਣੇ ਨੇ। ਸੋ ਸ਼ਬਦਾਂ ਸ਼ਲੋਕਾਂ ਦੇ ਵਿੱਚ ਬਾਬਾ ਫਰੀਦ ਨੇ ਰਚਨਾ ਕੀਤੀ, ਕਿਉਂਕਿ ਇਹ ਮਕਬੂਲ ਹੋ ਚੁੱਕੇ ਸਾਹਿਤ ਰੂਪ ਸੀਗੇ। ਸੋ ਮਕਬੂਲ ਸਾਹਿਤ ਰੂਪਾਂ ਦੇ ਵਿੱਚ ਜਿਹੜੀ ਹੈਗੇ ਬਾਬਾ ਫਰੀਦ ਨੇ ਆਪਣੇ ਸਾਹਿਤਕ ਪਿਤਾਮਾ ਵਜੋਂ ਆਪਣੇ ਹੈ ਨਾ ਪੰਜਾਬੀ ਭਾਸ਼ਾ ਦੇ ਪਿਤਾਮਾ ਵਜੋਂ ਇੱਕ ਤਰ੍ਹਾਂ ਨਾਲ ਕਾਰਜ ਕੀਤਾ। ਜਾਂ ਅਸੀਂ ਪਿਤਾਮਾ ਇਸ ਕਰਕੇ ਕਹਿੰਦੇ ਹਾਂ ਕਿ ਉਹਨਾਂ ਦੀ ਰਚਨਾ ਦੇ ਵਿੱਚ ਪੰਜਾਬੀ ਭਾਸ਼ਾ ਦੇ ਨੇੜੇ ਦੀ ਜਿਹੜੀ ਹੈਗੀ ਵਧੇਰੇ ਹੈ ਨਾ ਭਾਸ਼ਾ ਵਰਤੀ ਗਈ ਸੀ। ਪੰਜਾਬੀ ਸ਼ੁੱਧ ਪੰਜਾਬੀ ਜਿਹੜੀ ਹੈਗੀ ਹੈ ਅੱਜ ਦੇ ਦੌਰ ਦੀ ਜਿਹੜੀ ਉਹਦੇ ਨੇੜੇ ਦੀ ਜਿਹੜੀ ਹੈਗੀ ਪੰਜਾਬੀ ਬਾਬਾ ਫਰੀਦ ਦੀਆਂ ਰਚਨਾਵਾਂ ਦੇ ਵਿੱਚ ਸੀ। ਸੋ ਇਸ ਕਰਕੇ ਪੰਜਾਬੀ ਭਾਸ਼ਾ ਦਾ ਉਹਨਾਂ ਨੂੰ ਪਿਤਾਮਾ ਕਿਹਾ ਜਾਂਦਾ। ਸੋ ਇਸ ਤਰੀਕੇ ਪੰਜਾਬੀ ਭਾਸ਼ਾ ਦਾ ਇੱਕ ਤਰ੍ਹਾਂ ਨਾਲ ਅਸੀਂ ਮੰਨਦੇ ਹਾਂ ਕਿ ਪੰਜਾਬ ਦੇ ਵਿੱਚ ਮੁੱਢ ਵੱਜਦਾ। ਤੋਂ ਮੁੱਢਲੇ ਜਿਹੜੇ ਹੈਗੇ ਕਵੀ ਸਾਡੇ ਜਿਹੜੇ ਲੋਕ ਸੀਗੇ ਉਹ ਨਾਥ ਜੋਗੀ ਸੀ। ਨਾਥ ਜੋਗੀਆਂ ਦੇ ਵਿੱਚ ਜਿਹੜੇ ਹੈਗੇ ਜਲੰਧਰ ਨਾਥ, ਮਛੰਦਰ ਨਾਥ, ਚਰੰਗੀ ਨਾਥ, ਚਰਪਟ ਨਾਥ ਜਿਹੜੇ ਹੈਗੇ ਮੁੱਖ ਰੂਪ ਦੇ ਵਿੱਚ ਸੀਗੇ। ਸੋ ਬਾਬਾ ਫਰੀਦ ਪਿਤਾਮਾ ਦੇ ਰੂਪ ਦੇ ਵਿੱਚ ਸਾਡੇ ਕੋਲ ਸਾਹਮਣੇ ਆਉਂਦਾ, ਕਿਉਂਕਿ ਰਚਨਾਵਾਂ ਦੇ ਵਿੱਚ ਸ਼ੁੱਧਤਾ ਸੀ, ਸ਼ੁੱਧ ਪੰਜਾਬੀ ਇਹਨਾਂ ਨੇ ਰਚੀ ਗਈ। ਸੋ ਅੱਜ ਦੇ ਲਈ ਪਿਆਰੇ ਬੱਚਿਓ ਇੰਨਾ ਕੁ, ਅਤੇ ਇਸ ਤੋਂ ਅੱਗੇ ਜਿਹੜਾ ਹੈਗਾ ਹੋਰ ਆਪਾਂ ਕੰਟੀਨਿਊ ਇਹ ਲੈਕਚਰ ਲੜੀ ਨੂੰ ਜਾਰੀ ਰੱਖਾਂਗੇ। ਅਤੇ ਚੈਨਲ ਜਿਹੜਾ ਹੈਗਾ ਪੰਜਾਬੀ ਵਰਲਡ ਨੂੰ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸਬਸਕ੍ਰਾਈਬ ਕਰਨ ਦੇ ਲਈ ਕਹੋ, ਅਤੇ ਵੱਧ ਤੋਂ ਵੱਧ ਲਾਈਕ ਕਰੋ ਤਾਂ ਜੋ ਤੁਹਾਡੇ ਤੋਂ ਹੌਸਲਾ ਮਿਲੇ, ਅਤੇ ਇਸ ਹੌਸਲੇ ਨੂੰ ਆਪਾਂ ਅੱਗੇ ਹੋਰ ਜਿਹੜਾ ਹੈਗਾ ਸਮਰੱਥਾ ਦੇ ਵਿੱਚ ਕਨਵਰਟ ਕਰੀਏ, ਤਬਦੀਲ ਕਰੀਏ। ਸਾਰਿਆਂ ਦਾ ਬਹੁਤ ਧੰਨਵਾਦ। ਥੈਂਕ ਯੂ।